नमस्कार, लुधियाना खबरनामा वेखण वाले सारे दर्शकों का स्वागत है। मैं हाँ परविंदर। तमाम खबरों ते नजर पाउने शुरुआत करते हैं सुर्खियां दे नाल। खन्ना च वापरिया दर्दनाक सड़क हादसा, खड़ी कार उपर पलटिया कंटेनर, कार सवार 2 बच्चियां समेत महिला की हुई मौत। खन्ना के रहने वाले दसे जा रहे हैं मृतक। थाना डाबा के SHO ने लाई इंसाफ की गुहार, ACP खिलाफ पाई रपट, बदसलूकी करने के लाए इल्जाम। सरकारी और पंचायती जमीनों तो कब्जे छुड़वाउण दे लई मुहिम जारी, जगराउं के 3 पिंडां दीआं जमीनों तो हटाए गए नजायज कब्जे। पंचायत मंत्री कुलदीप धालीवाल खुद रहे मौजूद। लुधियाना कोर्ट कंपलैक्स विच तकनीकी खराबी करके लिफ्ट हुई बंद, 2 घंटे तक लिफ्ट विच फसे रहे वकील अते आम लोग, मुशक्कत नाल कढ़िया गया बाहर। रायकोट दे विच आड़तियां ते रेहड़ी फड़ी वालियां दे वल्लों रोस प्रदर्शन, ठेकेदार वल्लों वसूली जांदी वाहन पर्ची दा कीता विरोध। फल सब्जियां दीआं रेहड़ियां ते दुकानां रहियां बंद। क्वीन ऑफ वर्ल्ड 2022 ਲਈ विशेष प्रोग्राम का आयोजन, सुंदरता मुकाबले ਦੇ ਵਿੱਚ ਮਹਿਲਾਵਾਂ ਨੇ ਆਪਣੇ ਹੁਨਰ ਨੂੰ ਕੀਤਾ ਜਗ ਜ਼ਾਹਰ, ਜੇਤੂਆਂ ਨੂੰ ਕੀਤਾ ਗਿਆ ਵਿਸ਼ੇਸ਼ ਤੌਰ ਤੇ ਸਨਮਾਨਿਤ। खबर की शुरुआत करते हैं। सब तो पहले गल करते हैं खन्ना की, जिथे कि दर्दनाक हादसा वापरिया, 2 बच्चियां समेत 3 की मौत हुई है। पुलिस वालों नाकेबंदी करने लई लगाए गए बैरीकेड नाल टकरा के सड़क ते खड़ा एक टैंकर नुकसानिया गया ते टैंकर करके सड़क जाम हो गई। इस दौरान पिछों आ रहे तेज रफ्तार कंटेनर चालक ने अपना गड्डी तो संतुलन गवा दिता है और जाम दे विच खड़ी कार ते पलट गया, जिस करके कार च सवार 2 बच्चियां समेत एक महिला की मौके ते ही मौत हो गई है। इस घटना तो बाद पुलिस दे वालों मौके ते पहुंच के पुलिस का जायजा लिया गया। दसिए कि सारे मृतक खन्ना के रहने वाले सन। मौके ते मौजूद अकाली दल के हल्का इंचार्ज यादविंदर सिंह जादू और राहगीरों ने हादसे की जानकारी सांझी की। जी नाका गहां लग्या हुआ सीगा ते रोज नाका लगदा। क्या तुहानू लगदा भी नाके करके ट्रैफिक जाम हो रहा? हाँ जी 100% नाके करके भी होया ये काम। या 2 दिन हो गए ट्रक खड़े नूं, आ ट्राला नाका बैरीकेड छड्ड के रात ਚੱਕਣਾ भुल गए। मेरे हिसाब नाल तां आ बैरीकेड ना पुलिस वाले ਚੱਕਣਾ भुल गए ते ट्राला ਉਹ 'ਚ ਵੱਜਿਆ ਤੇ ਉਹ ट्राला 2 दिन हो गए खड़े नूं। ट्राला नहीं इन्होंने चुक्या ना परे कराया। तो उसके बाद मेरे मन च मैं क्योंकि मैं चलाना ही आटो, मैं 4-5-10 ਚੱਕਰ ਤਾਂ ਮੇਰੇ ਹੁੰਦੇ ਨੇ ਖੰਨੇ ਤੋਂ ਗੋਬਿੰਦਗੜ੍ਹ ਦੇ, ਤੇ ਮੈਂ ਸੋਚਿਆ ਵੀ ਉਰੇ ਐਕਸੀਡੈਂਟ ਹੋ ਸਕਦਾ। ਤੇ ਮੈਂ ਰਾਤ ਸਪੈਸ਼ਲ ਆਪਣਾ ਕੰਮ ਛੱਡ ਕੇ ਸੌਂਦ ਦੇ ਦਫ਼ਤਰ ਗਿਆ। MLA ਸੌਂਦ ਸਾਡਾ ਉਰੇ ਇਹ ਖੰਨੇ ਸ਼ਹਿਰ ਦਾ MLA ਸਾਹਿਬ ਹੁਣ ਜਿਹਨੂੰ ਅਸੀਂ ਚੁਣਿਆ, ਵੋਟਾਂ ਵੀ ਪਾਈਆਂ ਨੇ ਜਿਹਨੂੰ ਅਸੀਂ ਚੁਣਿਆ, ਮੈਂ ਉਹਦੇ ਦਫ਼ਤਰ ਗਿਆ। ਤੇ ਮੇਰਾ ਮਿੱਤਰ ਆ ਉਹ ਜ਼ਿਆਦਾ ਉਹਨਾਂ ਦਾ ਕਰਦਾ, ਮੈਂ ਉਹਨੂੰ ਵੀ ਫੋਨ ਕਰਿਆ, ਮੈਂ ਆਪਾਂ ਦੋਏ ਚੱਲਦਾ। ਕਹਿੰਦੇ ਚੱਲ ਤੂੰ ਇੱਕ ਵਾਰੀ ਰਿਕਵੈਸਟ ਕਰ ਜਾ ਕੇ ਉਹਨਾਂ ਕੋਲ ਕਹਿ। ਮੈਂ ਚਲੇ ਗਿਆ ਉਹਨਾਂ ਕੋਲ ਤੇ ਉਹਨਾਂ ਨੂੰ ਮੈਂ ਕਿਹਾ ਮੈਂ ਜੀ ਇੱਦਾਂ ਕਰਕੇ ਉੱਥੇ ਐਕਸੀਡੈਂਟ ਹੋਇਆ, ਟਰਾਲਾ 2 ਦਿਨ ਹੋ ਗਏ ਖੜੇ ਨੂੰ, ਉਹ ਅਜੇ ਤੱਕ ਨਹੀਂ ਚੱਕਿਆ ਗਿਆ ਤੇ ਹਾਈਵੇ ਨੈਸ਼ਨਲ ਰੋਡ ਦੇ ਉੱਤੇ ਆ, ਜਦ ਕਿ ਉੱਤੇ ਐਕਸੀਡੈਂਟ ਦਾ ਬਹੁਤ ਖਤਰਾ, ਘਰ ਉੱਜੜ ਸਕਦੇ ਨੇ ਕਈ, ਤੇ ਇਹਨਾਂ ਨੇ ਟਰਾਲਾ ਪਰੇ ਨਹੀਂ ਕਰਿਆ ਹੈਗਾ। ਕਹਿੰਦੇ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਬੇਟਾ ਤੂੰ ਜਾ ਅਸੀਂ ਕਰਾ ਦਿੰਦੇ ਆ। ਇਹ MLA ਸਾਹਿਬ ਨੇ ਮੈਨੂੰ ਕਿਹਾ, ਕਹਿੰਦੇ ਕੋਈ ਗੱਲ ਨਹੀਂ ਅਸੀਂ ਟਰਾਲਾ ਪਰੇ ਕਰਾ ਦਾਂਗੇ। ਤੇ ਉਸ ਤੋਂ ਬਾਅਦ ਮੈਂ 1 ਘੰਟੇ ਮਗਰੋਂ ਰੌਂਡ ਮਾਰਿਆ ਇੱਧਰ ਨੂੰ ਆਪਣਾ ਆਟੋ ਲੈ ਕੇ, ਮੈਂ ਤਾਂ ਨਾਲੇ ਸਵਾਰੀ ਲਿਆਉਣਾ ਤੇ ਨਾਲੇ ਮੈਂ ਦੇਖਦਾ ਵੀ ਟਰਾਲਾ ਪਰੇ ਕਰਾਇਆ ਕਿ ਨਹੀਂ ਕਰਾਇਆ। ਤੇ 2 ਟ੍ਰੈਫਿਕ ਇੰਚਾਰਜ ਜ਼ਰੂਰ ਆਏ ਨੇ, ਉਹ ਖੜੇ ਸੀ, ਖੜ ਕੇ ਉਹਨਾਂ ਨੇ ਕੁਝ ਨਹੀਂ ਕਰਿਆ, ਆ ਕੇ ਚਲੇ ਗਏ। ਇਹਦਾ ਟਰਾਲਾ ਆ ਰਿਹਾ ਸੀ, ਉਹ ਟਰਾਲੇ ਦਾ ਕਿਤੇ ਜਿਹੜਾ ਉੱਪਰ ਵਾਲਾ ਹਿੱਸਾ ਹੁੰਦਾ ਉਹ ਤਿਲ ਕੇ ਗੱਡੀ ਦੇ ਉੱਤੇ ਜਾ ਵਜਾ, ਗੱਡੀ ਬਰਾਬਰ ਆ ਰਹੀ। ਹਾਂ ਅੱਗੇ ਬਾਕੀ ਹਲੇ ਪਤਾ ਕਰਦੇ ਆ ਕੀ ਗੱਲ। ਸਰ ਜਿਹੜੀ ਗੱਡੀ ਸੀ ਇਹ ਕਿੱਥੋਂ ਦੀ ਗੱਡੀ ਸੀ, ਕੋਲ ਸੀ ਗੱਡੀ ਦੇ ਵਿੱਚ? ਇਹ ਕਲੀਅਰ ਕਰ ਰਹੇ ਹਾਂ ਹਲੇ। ਡੈੱਡ ਬੋਡੀਆਂ ਮੈਂ 3 ਜਿਹੜੀ ਕੈਜੁਅਲਟੀ ਹੋਈ ਡੈਥ 3 ਦੀ ਹੋ ਗਈ ਹੈ, 3 ਦੀ ਡੈਥ ਹੋ ਗਈ, ਉਹ ਰਖਾ ਕੇ ਆਇਆ ਮੈਂ, ਬਾਕੀ ਕਲੀਅਰ ਕਰ। ਕੌਣ ਸੀ ਗੱਡੀ 'ਚ, ਕੌਣ ਸੀ ਸਰ? ਗੱਡੀ ਦੇ ਇੱਕ ਤਾਂ ਡਰਾਈਵਰ ਸੀ, ਬਾਕੀ ਉਹਦੀ ਬੇਟੀ ਬੇਟਾ ਪਿੱਛੇ ਬੈਠੇ ਦੀ ਪਤਨੀ ਦੀ, ਉਹਨਾਂ ਦੀ ਡੈਥ ਹੋ ਗਈ ਹੈ। ਉਹਦੀ ਮਾਤਾ ਅੱਗੇ ਬੈਠੀ ਸੀ, ਉਹ ਠੀਕ ਨੇ ਫਿਲਹਾਲ। ਸਾਰੇ ਕਿ ਜਿਵੇਂ ਟਰਾਲਾ ਖੜਾ ਰੋਡ ਤੇ ਵਿਚਾਲੇ ਕਈ ਦਿਨ ਤੋਂ ਕਹਿੰਦੇ 3 ਦਿਨ ਹੋ ਗਏ ਖੜੇ ਨੂੰ, ਕੀ ਪ੍ਰਸ਼ਾਸਨ ਦੀ ਨਿਗਰਾਨੀ ਨਹੀਂ ਹੈਗੀ? ਇਹਦੇ ਬਾਰੇ ਅਸੀਂ ਵੈਰੀਫਾਈ ਕਰਦੇ ਹਾਂ।
ਆਮ ਆਦਮੀ ਆਪਣੀ ਸ਼ਿਕਾਇਤ ਲੈ ਕੇ ਪੁਲਿਸ ਦੇ ਕੋਲ ਜਾਂਦਾ ਹੈ, ਪਰ ਲੁਧਿਆਣਾ ਦੇ ਵਿੱਚ ਐਸਐਚਓ ਨੇ ਹੀ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਜੀ ਹਾਂ, ਤੁਸੀਂ ਸਹੀ ਸੁਣਿਆ। ਦਰਅਸਲ ਡਾਬਾ ਥਾਣੇ ਦੇ ਐਸਐਚਓ ਦਵਿੰਦਰ ਸ਼ਰਮਾ ਨੇ ਇੰਡਸਟਰੀਅਲ ਏਰੀਆ ਬੀ ਦੇ ਏਸੀਪੀ ਰਾਜੇਸ਼ ਸ਼ਰਮਾ ਅਤੇ ਬਦਸਲੂਕੀ ਕਰਨ ਦੇ ਇਲਜ਼ਾਮ ਲਗਾਏ ਨੇ, ਜਿਸ ਤੋਂ ਬਾਅਦ ਐਸਐਚਓ ਦੇ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜਾਰੀ ਹੈ। ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਨੇ, ਕਈ ਵਾਰ ਪੁਲਿਸ ਵਾਲਿਆਂ ਨੂੰ ਦੁਖੀ ਹੋ ਕੇ ਪੁਲਿਸ ਦੇ ਖਿਲਾਫ ਹੀ ਕੰਪਲੇਂਟ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਜਿਸ ਤਰ੍ਹਾਂ ਨਾਲ ਪਹਿਲਾਂ ਵੀ ਜਿਹੜਾ ਇੱਕ ਐਸਐਚਓ ਪਾਇਲ ਸੀ, ਉਸਨੇ ਵਿਧਾਇਕ ਦੇ ਖਿਲਾਫ, ਜਿਹੜਾ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਆ ਪਾਇਲ, ਉਹਦੇ ਖਿਲਾਫ ਜਿਹੜਾ ਇੱਕ ਰਪਟ ਪਾਈ ਸੀਗੀ ਜਦੋਂ ਉਸਨੇ ਉਸਨੂੰ ਫੋਨ ਦੇ ਉੱਤੇ ਇਹ ਕੁਝ ਜਿਹੜੀਆਂ ਹੈਗੀਆਂ ਜਿਹੜੀ ਉਹਦੀ ਬੇਇੱਜ਼ਤੀ ਕੀਤੀ ਗਈ ਸੀ, ਫੋਨ ਤੇ ਗਾਲਾਂ ਕੱਢਣ ਦੀ ਗੱਲ ਕੀਤੀ ਸੀ, ਉਸਨੇ ਰਪਟ ਪਾਈ ਸੀਗੀ। ਉਸ ਤੋਂ ਬਾਅਦ ਮਾਮਲਾ ਕਾਫੀ ਗਰਮਾਇਆ ਸੀਗਾ, ਲੇਕਿਨ ਹੁਣ ਫੇਰ ਜਿਹੜਾ ਲੁਧਿਆਣਾ ਪੁਲਿਸ ਕਮਿਸ਼ਨਰੇਟ ਦਾ ਮਾਮਲਾ ਜਿਹੜਾ ਸਾਹਮਣੇ ਆਇਆ, ਜਿਸ ਦੇ ਵਿੱਚ ਡਾਬਾ ਥਾਣੇ ਦੇ ਐਸਐਚਓ ਦਵਿੰਦਰ ਸ਼ਰਮਾ ਨੇ ਆਪਣੇ ਹੀ ਏਸੀਪੀ ਇੰਡਸਟਰੀ ਏਰੀਆ ਦੇ ਖਿਲਾਫ, ਜਿਹੜੇ ਰਾਜੇਸ਼ ਸ਼ਰਮਾ ਦੇ ਖਿਲਾਫ ਇੱਕ ਰਪਟ ਪਾਈ ਆ। ਰਪਟ ਪਾ ਕੇ ਉਹਨਾਂ ਨੇ ਦੱਸਿਆ ਵੀ ਮੈਨੂੰ ਪ੍ਰਾਈਵੇਟ ਨੰਬਰ ਤੇ 23 ਤਰੀਕ ਨੂੰ ਜਿਹੜੀ ਉਹਨਾਂ ਨੇ ਰਪਟ ਪਾਈ ਹੈਗੀ, 35 ਨੰਬਰ ਰਪਟ ਹੈਗੀ ਆ, ਜਿਹੜੀਆਂ ਉਹਨਾਂ ਨੂੰ ਜਿਹੜਾ ਬਦਸਲੂਕੀ ਕੀਤੀ ਗਈ, ਫੋਨ ਦੇ ਉੱਤੇ ਗਾਲਾਂ ਕੱਢੀਆਂ। ਇਸ ਤੋਂ ਬਾਅਦ ਉਹਨਾਂ ਵੱਲੋਂ ਉਸ ਦੇ ਵਿੱਚ ਤੁਹਾਨੂੰ ਦੱਸਾਂਗੇ ਪੜ੍ਹ ਕੇ ਅਸੀਂ, ਜਿਹੜਾ ਹੈਗਾ ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਦੱਸਿਆ ਜਿਸ ਤਰ੍ਹਾਂ ਨਾਲ ਉਹਨਾਂ ਵੱਲੋਂ ਪੁਲਿਸ ਲਾਈਨ ਦੀ ਰਵਾਨਗੀ ਪਾ ਦਿੱਤੀ ਗਈ ਆ। ਤੁਹਾਨੂੰ ਦੱਸਾਂਗੇ ਜਿਹੜੀ ਉਹਨਾਂ ਵੱਲੋਂ ਰਪਟ ਪਾਈ ਗਈ ਆ ਉਹਦੇ ਵੀ ਜਿਹੜਾ ਜਿਸ ਤਰ੍ਹਾਂ ਨਾਲ ਉਹਨਾਂ ਨੇ ਦੱਸਿਆ ਹੈਗਾ, ਜਿਹੜਾ ਰੋਜ਼ਨਾਮਚਾ ਦੇ ਵਿੱਚ 35 ਨੰਬਰ ਜਿਹੜਾ ਹੈਗਾ ਤਰੀਕ 23/5 ਨੂੰ ਤਕਰੀਬਨ 9:24 ਤੇ ਉਹਨਾਂ ਵੱਲੋਂ ਜਿਹੜਾ ਹੈਗਾ ਜਾਣ ਦਾ ਟਾਈਮ ਪਾਇਆ ਤੇ ਰੋਜ਼ਨਾਮਚੇ ਦੇ ਵਿੱਚ ਦੱਸਿਆ ਵੀ ਐਸਐਚਓ ਥਾਣਾ ਏਸੀਪੀ ਇੰਡਸਟਰੀ ਏਰੀਆ ਵੀ ਰਾਜੇਸ਼ ਸ਼ਰਮਾ ਪੀਪੀਐਸ ਨੇ ਮੈਨੂੰ ਮੇਰੇ ਫੋਨ ਪ੍ਰਾਈਵੇਟ ਨੰਬਰ ਤੇ ਇਹ ਜਿਹੜਾ ਨੰਬਰ ਵੀ ਦਿੱਤਾ ਹੋਇਆ ਆਇਆ ਤੇ ਮੈਨੂੰ ਮਾੜੇ ਸ਼ਬਦ ਬੋਲੇ ਤੇ ਮੇਰੀ ਨਿੱਜੀ ਤੌਰ ਤੇ ਬੇਇੱਜ਼ਤੀ ਕੀਤੀ ਤੇ ਲਿਹਾਜ਼ਾ ਸੀ ਤੇ ਇਹ ਇੰਸਪੈਕਟਰ ਨੇ ਆਪਣੀ ਇੱਜ਼ਤ ਰੱਖਦੇ ਹੋਏ ਇਹ ਆਪਣੇ ਆਪ ਰਵਾਨਗੀ ਪੁਲਿਸ ਲਾਈਨ ਲੁਧਿਆਣਾ ਦੀ ਕਰ ਦਿੱਤੀ ਹੈ। ਭਵਿੱਖ ਵਿੱਚ ਆਪਣੇ ਤੇ ਜਿਹੜੀ ਉਹਦੇ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਹੋਈ ਆ, ਉਸ ਮਾਮਲੇ ਦੇ ਵਿੱਚ ਉਸਨੇ ਜਿਹੜੇ ਆਪਣੇ ਆਲਾ ਅਧਿਕਾਰੀ ਨੇ ਉਹਨਾਂ ਤੋਂ ਮੰਗ ਕੀਤੀ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜਾ ਇਨਸਾਫ ਦਿੱਤਾ ਜਾਵੇ। ਅਸੀਂ ਦੱਸ ਦਿੰਦੇ ਹਾਂ ਜਿਸ ਤਰ੍ਹਾਂ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ, ਇਸ ਤਰ੍ਹਾਂ ਦੀ ਘਟਨਾ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਜਦੋਂ ਕੋਈ ਇੱਕ ਜਿਹੜਾ ਅਧਿਕਾਰੀ ਆ, ਜਿਸ ਤਰ੍ਹਾਂ ਨਾਲ ਐਸਐਚਓ ਇੱਕ ਇੰਚਾਰਜ ਆ ਥਾਣੇ ਦਾ, ਉਸ ਵੱਲੋਂ ਆਪਣੇ ਏਸੀਪੀ ਦੇ ਖਿਲਾਫ ਇਸ ਤਰ੍ਹਾਂ ਲਿਖਿਆ ਜਾਵੇ। ਲੇਕਿਨ ਕਿਤੇ ਨਾ ਕਿਤੇ ਇਹ ਮਾਮਲਾ ਲੁਧਿਆਣਾ ਦੇ ਡਾਬਾ ਥਾਣੇ ਤੋਂ ਸਾਹਮਣੇ ਆਇਆ। ਇਸ ਮਾਮਲੇ ਦੇ ਵਿੱਚ ਹੁਣ ਜਿਹੜਾ ਹੈਗਾ ਉੱਚ ਅਧਿਕਾਰੀਆਂ ਦੇ ਕੋਲ ਇੱਕ ਰਿਪੋਰਟ ਆਊਗੀ, ਰਿਪੋਰਟ ਬਣੂਗੀ, ਉਹਨਾਂ ਵੱਲੋਂ ਵੈਰੀਫਾਈ ਕੀਤੀ ਜਾਊਗੀ, ਫਿਰ ਦੇਖਿਆ ਜਾਊਗਾ ਕੀ ਕਾਰਵਾਈ ਹੋਣੀ ਹੈ, ਕੀ ਡਿਪਾਰਟਮੈਂਟਲ ਹੋਣੀ ਆ ਜਾਂ ਕੀ ਸੀਗਾ, ਕੀ ਸੱਚਾਈ ਹੈ ਸਾਰੇ ਮਾਮਲੇ ਦੇ ਵਿੱਚ। ਇਸ ਮਾਮਲੇ ਦੇ ਵਿੱਚ ਅਸੀਂ ਵੀ ਕੋਸ਼ਿਸ਼ ਕਰਾਂਗੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਜਾਂ ਪੁਲਿਸ ਕਮਿਸ਼ਨਰ ਸਾਹਿਬ ਨਾਲ ਗੱਲ ਕਰਨ ਦੀ ਜਾਂ ਜਿਹੜੇ ਸੰਬੰਧਿਤ ਅਧਿਕਾਰੀ ਨੇ ਉਹਨਾਂ ਨਾਲ ਗੱਲ ਕਰਾਂਗੇ। ਲੇਕਿਨ ਹਾਲੇ ਅਸੀਂ ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ। ਲੇਕਿਨ ਜਿਹੜੀ ਰੋਜ਼ਨਾਮਚੇ ਦੀ ਇੱਕ ਫੋਟੋ ਸਾਨੂੰ ਕੰਪਿਊਟਰ ਤੋਂ ਮਿਲੀ ਹੈਗੀ ਆ, ਅਸੀਂ ਉਹ ਵੀ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਾਂਗੇ। ਲੇਕਿਨ ਜਦੋਂ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਨੇ ਕਿਤੇ ਨਾ ਕਿਤੇ ਇਹ ਪੁਲਿਸ ਪ੍ਰਸ਼ਾਸਨ ਤੇ ਵੀ ਲੋਕਾਂ ਦਾ ਵੀ ਵਿਸ਼ਵਾਸ ਘੱਟਦੇ, ਆਮ ਲੋਕਾਂ ਨੂੰ ਵੀ ਇਸ ਦੀ ਦਿੱਕਤ ਆਉਂਦੀ ਹੈ। ਜਿਸ ਤਰ੍ਹਾਂ ਨਾਲ ਪੁਲਿਸ ਵਾਲੇ ਨੂੰ ਜਿਹੜਾ ਉਹਨਾਂ ਦੇ ਹੀ ਉੱਚ ਅਧਿਕਾਰੀ ਇਸ ਤਰ੍ਹਾਂ ਨਾਲ ਬੋਲਦੇ ਨੇ, ਇਸ ਤਰ੍ਹਾਂ ਨਾਲ ਜਿਹੜੀ ਭੱਦਰ ਭਾਸ਼ਾ ਵਰਤੀ ਜਾਂਦੀ ਹੈ, ਉਸ ਤੋਂ ਨਾਰਾਜ਼ ਹੋ ਕੇ ਐਸਐਚਓ ਨੇ ਪੁਲਿਸ ਲਾਈਨ ਰਵਾਨਗੀ ਪਾਈ ਆ ਤੇ ਇਨਸਾਫ ਦੀ ਵੀ ਮੰਗ ਕੀਤੀ ਹੈ। ਸਰਕਾਰ ਵੱਲੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੇ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸੇ ਦੇ ਤਹਿਤ ਸਿੱਧਵਾ ਬੇਟ ਇਲਾਕੇ 'ਚ ਪੈਂਦੇ ਪਿੰਡ ਤਲਵੰਡੀ ਨੂੰ ਆਬਾਦ ਵਲੀਪੁਰ ਖੁਰਦ ਅਤੇ ਵਲੀਪੁਰ ਕਲਾ ਦੇ ਵਿੱਚ 195 ਏਕੜ 7 ਕਨਾਲ 3 ਮਰਲੇ ਜ਼ਮੀਨ ਕਬਜ਼ਾ ਧਾਰਕਾਂ ਦੇ ਵੱਲੋਂ ਕਬਜ਼ਾ ਮੁਕਤ ਕਰਵਾਈ ਗਈ ਹੈ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਸੂਬੇ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉੱਥੇ ਹੁਣ ਤੱਕ ਕੁੱਲ 424 ਏਕੜ ਸਰਕਾਰੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ ਜਾ ਚੁੱਕੇ ਨੇ। ਉਹਨਾਂ ਕਿਹਾ ਕਿ ਜੂਨ ਮਹੀਨੇ ਦੇ ਵਿੱਚ ਕਰੀਬ 5000 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਈ ਜਾਵੇਗੀ। ਇਹ ਤਿੰਨਾਂ ਪਿੰਡਾਂ ਦੀ 197 ਏਕੜ ਜ਼ਮੀਨ ਜਿਹੜੀ ਆ ਅੱਜ ਮਤੇ ਪਾ ਕੇ ਪੰਚਾਇਤਾਂ ਨੇ ਸਾਨੂੰ ਮਦਦ ਜਿਹੜੀ ਗਵਰਨਮੈਂਟ ਨੂੰ ਦੇਤੀ, ਆਪਣੇ ਆਪ ਦਿੱਤੀ, ਆਪਣੀ ਸਹਿਮਤੀ ਨਾਲ ਦਿੱਤੀ ਹੈ। ਔਰ ਇਹ ਜਿਹੜੀ ਜ਼ਮੀਨ ਹੈ ਇਹ ਸਰ ਬਹੁਤ ਜ਼ਿਆਦਾ ਕੀਮਤੀ ਹੈ ਔਰ ਪੰਜਾਬ ਸਰਕਾਰ ਨੂੰ ਬਹੁਤ ਵੱਡੀ ਇਹ ਤੋਂ ਆਮਦਨ ਹੋਣ ਵਾਲੀ ਹੈ। ਜਿਹੜੀ ਅਸੀਂ ਇਹ ਮੁਹਿੰਮ ਹੈ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ 1 ਮਈ ਨੂੰ ਜਿਹੜੀ ਸ਼ੁਰੂ ਕੀਤੀ ਸੀਗੀ। ਮੇਰੇ ਨਾਲ ਸਾਡੇ ਭੈਣ ਜੀ ਮਾਣੂਕੇ ਜਗਰਾਉਂ ਤੋਂ ਐਮਐਲਏ ਮੁੰਡੀਆ ਸਾਹਿਬ ਔਰ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਖਹਿਰਾ ਸਾਹਿਬ ਔਰ ਸਾਰੇ ਸਾਡੇ ਡੀਡੀਪੀਓ ਏਡੀਸੀ BDO ਸਾਰੇ ਅਫਸਰ ਆਏ, ਸਾਰੇ ਤਹਿਸੀਲਦਾਰ ਸਾਹਿਬ ਸਾਰੇ ਆਏ। ਸਾਡੇ ਕੋਲ ਸਾਰੇ ਮਤੇ ਪੰਚਾਇਤ ਨੇ ਜੋ ਪਾਏ ਸਾਰਾ ਪੇਪਰ ਵਰਕ ਕਰਕੇ
ਫਿਰ ਅਸੀਂ ਆਏ ਹਾਂ। ਇਹ ਬਹੁਤ ਮਹਿੰਗੀ ਜ਼ਮੀਨ ਹੈ ਔਰ ਇਹ ਪਿੰਡਾਂ ਵਾਲਿਆਂ ਦੀ ਸਹਿਮਤੀ ਨਾਲ ਜਿਹੜੀ ਲੀਗਲ ਮਾਈਨਿੰਗ ਹੈ। ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਉਸ ਵੇਲੇ ਭਗਦੜ ਮਚ ਗਈ ਜਦੋਂ ਕੋਰਟ ਕੰਪਲੈਕਸ ਦੀ ਲਿਫਟ ਅਚਾਨਕ ਬੰਦ ਹੋ ਗਈ। ਲਿਫਟ ਜਾਮ ਹੋਣ ਕਰਕੇ ਕੁਝ ਵਕੀਲ ਲਿਫਟ ਵਿੱਚ ਹੀ ਫਸ ਗਏ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਵੀ ਜਦੋਂ ਲਿਫਟ ਨਹੀਂ ਖੁੱਲੀ ਤਾਂ ਕੰਪਨੀ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਲਿਫਟ ਨੂੰ ਖੁਲਵਾਇਆ ਗਿਆ। ਗਨੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਰਿਹਾ। ਲਿਫਟ ਬੰਦ ਹੋਣ ਦਾ ਕਾਰਨ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਹੈ। ਜਿਹੜੀ ਲਿਫਟ ਹੈ ਉਹ ਸਟਕ ਆਊਟ ਹੋ ਗਈ ਤੇ ਉਹਦੇ ਵਿੱਚ ਸਾਡੇ 6 ਤੋਂ 7 ਵਕੀਲ ਤਾਂ ਫਸ ਗਏ ਤੇ ਜਿਹੜੇ ਅਸੀਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ, ਜਿਹੜੇ ਕਿ ਸਾਨੂੰ ਘੰਟਾ ਸਵਾ ਘੰਟਾ ਟਾਈਮ ਲੱਗ ਗਿਆ ਤੇ ਤੋੜ ਕੇ ਲਿਫਟ ਨੂੰ ਨੀਚੇ ਖਿੱਚ ਕੇ ਅਸੀਂ ਲਿਫਟ ਬਾਹਰ ਕੱਢੇ ਸਾਰੇ। ਔਰ ਸਾਰੇ ਸੇਫ ਹੈ। ਅਬਦੀ ਇਹ ਸਾਡੇ ਮੇਰ ਰਹੀ ਕਿ ਸਾਰੇ ਸੇਫ ਰਹੇ ਐਡਵੋਕੇਟ। ਕਿੰਨੀ ਕੁ ਦੇਰ ਫਸੇ ਰਹੇ ਇਹ ਸਭ ਘੰਟਾ ਸਵਾ ਘੰਟਾ ਰਹਿ ਗਏ। ਸਰ ਕੀ ਦੀ ਮਤਲਬ ਨਲਾਇਕੀ ਸਮਝਦੇ ਹੋ? ਸਰ ਨਲਾਇਕੀ ਦਾ ਖੈਰ ਕਿ ਨਹੀਂ, ਪ੍ਰੋਪਰ ਮੇਨਟੇਨੈਂਸ ਅਸੀਂ ਕਰਾ ਹੁੰਦੀ ਹੈ, ਬਾਰ ਵੱਲੋਂ ਵੀ ਹੁੰਦੀ ਹੈ ਮੇਨਟੇਨੈਂਸ। ਲਿਫਟ ਵੀ ਨਵੀਂ ਹੈ, ਕੋਈ ਪੁਰਾਣੀ ਜ਼ਿਆਦਾ ਲਿਫਟ ਨਹੀਂ ਹੈ, ਲੇਕਿਨ ਇਹ ਦੇਖੋ ਇਟਸ ਐਕਸੀਡੈਂਟ, ਇਹ ਕਦੇ ਵੀ ਹੋ ਸਕਦਾ ਇਹਨੂੰ। ਲੇਕਿਨ ਇਹ ਹੈ ਇਹਦੇ ਤੇ ਪ੍ਰੋਪਰ ਮੇਨਟੇਨੈਂਸ ਇੱਕ ਜਾਂਚ ਬੈਠਣੀ ਚਾਹੀਦੀ ਹੈ ਕਿ ਕਿਉਂ ਹੋਇਆ, ਔਰ ਜਿੰਦੀ ਵੀ ਕਿਸੇ ਦੀ ਵੀ ਨਲਾਇਕੀ ਹੈਗੀ ਉਹਦੇ ਤੇ ਉਹਦੇ ਕਾਰਵਾਈ ਹੋਣੀ ਚਾਹੀਦੀ ਹੈ। ਲੁਧਿਆਣੇ ਦੀ ਮੈਂ ਰੋਪੜ ਦੀ ਕੋਰਟ 'ਚ ਗਿਆ ਪਿਆ ਸੀ। ਰੋਪੜ ਉੱਥੋਂ ਮੈਨੂੰ ਫੋਨ ਆਇਆ ਵੀ ਮੇਰੇ ਜੂਨੀਅਰ ਔਰ ਮੇਰੇ ਕਲਰਕ ਔਰ ਮੇਰੇ ਹੋਰ ਵਕੀਲ ਭਾਈ ਸਾਹਿਬ, ਮੇਰੀਆਂ ਜਿਹੜੀਆਂ ਜਾਨਾਂ ਸੀ, ਮੇਰਾ ਵਕੀਲ ਪਰਿਵਾਰ ਹੈ, ਮੇਰਾ ਭਾਈਚਾਰਾ। ਜਦੋਂ ਮੈਨੂੰ ਪਤਾ ਲੱਗਾ ਮੈਂ ਉੱਥੋਂ ਕੇਸ ਛੱਡ ਕੇ ਆ ਗਿਆ। ਰੋਪੜ ਦਾ ਮੈਂ ਕੇਸ ਡ੍ਰੌਪ ਕਰਕੇ ਆਇਆ। ਰੋਪੜ ਦੀ ਸੈਸ਼ਨ ਕੋਰਟ ਵਿੱਚ ਮੇਰਾ ਕੇਸ ਸੀਗਾ। ਸਟੇਟ ਬਨਾਮ ਬਲਬੀਰ, ਸਟੇਟ ਬਨਾਮ ਰੋਹਿਤ, ਔਰ ਉਹ ਸੀਗੇ ਸਪੈਸ਼ਲ ਕੇਸ ਸੀਗੇ। ਉਹ ਮੈਂ ਡ੍ਰੌਪ ਕਰਕੇ ਆ ਗਿਆ। ਮੈਂ ਜੱਜ ਨੂੰ ਬੇਨਤੀ ਕੀਤੀ ਮੇਰੇ ਜੂਨੀਅਰ। ਔਰ ਜਦੋਂ ਮੈਂ ਆਇਆ 6-7 ਜਦੋਂ ਮੈਂ ਆਇਆ ਮੇਰੇ ਵਕੀਲ ਭਾਈਚਾਰਾ ਬੜੀ ਐਫਰਟਸ ਕਰ ਰਹੇ ਸੀਗੇ। ਉਸ ਤੋਂ ਬਾਅਦ ਮੈਂ ਬਿਜਲੀ ਮਹਿਕਮਾ ਇੱਥੇ ਗਿਆ। ਉੱਥੋਂ ਸਬਰ ਲਿੱਤੀ ਮੈਂ ਤੇ ਵੜੈਚ ਸਾਹਿਬ ਨੇ, ਔਰ ਮੇਰੇ ਵੜੈਚ ਸਾਹਿਬ ਨੇ ਬਰਾਬਰ ਦਾ ਰੋਲ ਅਪਣਾਇਆ ਜਾਨਾਂ ਬਚਾਉਣ ਦੇ ਲਈ। ਮੈਂ ਤੇ ਵੜੈਚ ਸਾਹਿਬ ਨੇ ਉੱਥੋਂ ਥੋੜਾ ਲਿੱਤਾ ਵੱਡਾ, ਸਬਰ ਲਿੱਤੀ, ਔਰ ਸਬਰ ਲੈ ਕੇ ਔਰ ਫਿਰ ਜਿਹੜੀ ਡਰਿੱਲ ਸੀ, ਡਰਿੱਲ ਨੇ ਵੀ ਸਾਡਾ ਬਹੁਤ ਕੰਮ ਕੀਤਾ। ਔਰ ਸਾਡੀ ਅੱਜ ਭਾਗਾ ਭਰੇ ਦਿਨ ਹੈ। ਸਾਡੇ ਜਿਹੜੀ ਵਕੀਲ ਭਾਈਚਾਰੇ ਦੀਆਂ ਜਾਨਾਂ ਬਰਕਰਾਰ ਰਹੀਆਂ ਔਰ ਮਾਲਕ ਨੇ ਸਾਨੂੰ ਜਾਨਾਂ ਬਖਸ਼ ਦਿੱਤੀਆਂ। ਅੱਜ ਅਪਰੋਕਸੀਮੇਟ ਕੋਈ 3:15 3:30 ਵਜੇ ਜਿਹੜੀਆਂ ਸਾਡੀਆਂ ਲਾਇਰ ਚੈਂਬਰ ਕੰਪਲੈਕਸ ਪਾਰਟ 1 ਦੀਆਂ ਲਿਫਟਸ ਨੇ, ਉੱਥੇ ਸਾਡੇ 2 ਕਿਸਮ ਦੀਆਂ ਲਿਫਟਸ ਨੇ, ਇੱਕ ਪੁਰਾਣੀਆਂ ਨੇ ਇੱਕ ਨਵੀਆਂ ਨੇ। ਜਿਹੜੀਆਂ ਨਵੀਆਂ ਲਿਫਟਸ ਨੇ ਉਹਨਾਂ ਦੇ ਵਿੱਚ ਕੋਈ ਟੈਕਨੀਕਲ ਫਾਲਟ ਦੀ ਵਜ੍ਹਾ ਦੇ ਕਾਰਨ ਉਹ ਦੋਨੋਂ ਲਿਫਟਾਂ ਬੰਦ ਹੋ ਗਈਆਂ। ਉਸ ਤੋਂ ਬਾਅਦ ਸਾਡੇ ਜਿਹੜੇ ਟੈਕਨੀਸ਼ੀਅਨ ਇੱਥੇ ਰੱਖੇ ਹੋਏ ਨੇ ਕੋਰਟ ਦੇ ਵਿੱਚ, ਉਹਨਾਂ ਨੂੰ ਪਤਾ ਹੈ ਉਹਦੇ ਵਿੱਚ ਲਿਫਟ ਦੇ ਵਿੱਚ ਇੱਕ ਆਟੋਮੈਟਿਕ ਸਿਸਟਮ ਲੱਗਿਆ ਹੋਇਆ ਜਿਹੜਾ ਬੈਟਰੀਜ਼ ਦੇ ਨਾਲ ਚੱਲਦਾ। ਉਹ ਅਗਰ ਕਿਤੇ ਵੀ ਲਿਫਟ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਬਿਜਲੀ ਚਲੀ ਜਾਵੇ, ਲਾਈਟ ਵੀ ਚਲੀ ਜਾਵੇ, ਤਾਂ ਉਹ 2-4 ਮਿੰਟ ਦੇ ਵਿੱਚ ਆਟੋਮੈਟਿਕਲੀ ਖੁੱਲ੍ਹ ਜਾਂਦੀਆਂ। ਲੇਕਿਨ ਕਿਸੇ ਵਜ੍ਹਾ ਕਾਰਨ ਅੱਜ ਜਿਹੜੀਆਂ ਬੈਟਰੀ ਸੀ ਉਹਨਾਂ ਵਿੱਚ ਵੀ ਪ੍ਰੋਬਲਮ ਆ ਗਈ। ਇਹ ਸਮਝ ਲਓ ਕਿ ਪਰਮਾਤਮਾ ਦੀ ਕੋਈ ਸੀਗੀ ਕੋਈ ਕਰਨੀ, ਤੇ ਉਹਦੇ ਵਿੱਚ ਪ੍ਰੋਬਲਮ ਆਉਣ ਕਾਰਨ ਤਕਰੀਬਨ ਕਾਫੀ ਸਮਾਂ 1 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਸਾਡੇ ਕੁਝ ਵਕੀਲ ਸਹਿਬਾਨ ਜਿਹੜੇ ਉਹਨਾਂ ਲਿਫਟਾਂ ਦੇ ਵਿੱਚ ਫਸੇ ਰਹੇ। ਤਾਂ ਫਿਰ ਜਦੋਂ ਸਾਨੂੰ ਪਤਾ ਲੱਗਿਆ ਅਪਰੋਕਸੀਮੇਟ ਇਹ 3:15 3:30 ਵਜੇ ਦੀ ਗੱਲ ਹੈ ਅਪਰੋਕਸੀਮੇਟ, ਤੇ ਜਦੋਂ ਫਿਰ ਮੈਨੂੰ ਪਤਾ ਲੱਗਿਆ, ਪਹਿਲਾਂ ਤਾਂ ਅਸੀਂ ਆਪਣੇ ਲੈਵਲ ਤੇ ਕਾਫੀ ਵਕੀਲ ਸਹਿਬਾਨ ਆਏ, ਅਸੀਂ ਉਹਨਾਂ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਹਨੂੰ ਕਿਸੇ ਤਰੀਕੇ ਨਾਲ ਕੱਢੀਏ। ਨਹੀਂ ਹੋਇਆ, ਫਿਰ ਅਸੀਂ ਜਿਹੜੇ ਸ਼ੈਂਡਲਰ ਕੰਪਨੀ ਦੇ ਜਿਹੜੇ ਟੈਕਨੀਸ਼ੀਅਨ ਸੀਗੇ ਫਿਰ ਅਸੀਂ ਉਹਨਾਂ ਨੂੰ ਕੰਟੈਕਟ ਕੀਤਾ, ਉਹ ਵੀ 10-15 ਮਿੰਟ ਦੇ ਵਿੱਚ ਆ ਗਏ। ਉਧਰ ਰਾਏਕੋਟ ਸ਼ਹਿਰ ਦੇ ਵਿੱਚ ਸਬਜ਼ੀ ਅਤੇ ਫਲਾਂ ਵਾਲਿਆਂ ਦੀਆਂ ਰੇਹੜੀਆਂ ਅਤੇ ਦੁਕਾਨਾਂ ਬੰਦ ਹੋਣ ਕਰਕੇ ਲੋਕਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੇ ਨਾਲ ਹੀ ਇਸ ਸਮੱਸਿਆ ਦੇ ਹੱਲ ਦੇ ਲਈ ਆੜ੍ਹਤੀਆਂ ਅਤੇ ਰੇਹੜੀ ਫੜੀ ਵਾਲਿਆਂ ਦੇ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਦੇ ਅੱਗੇ ਵੀ ਧਰਨਾ ਲਗਾਇਆ ਗਿਆ। ਇਹ ਐ ਜੀ, ਜਿਹੜਾ ਸਬਜ਼ੀ ਮੰਡੀ ਦੇ ਵਿੱਚ ਇਹ ਗੁੰਡਾਗਰਦੀ ਲੱਗ ਗਈ ਜੀ। ਜਿਹੜਾ ਵੀ ਮੰਨ ਲਓ ਮੰਡੀ ਦੇ ਵਿੱਚ ਕੋਈ ਵੀ ਵਾਹਨ ਆਉਂਦਾ, ਕੋਈ ਵੀ ਸਾਈਕਲ ਵਾਲਾ ਆਉਂਦਾ, ਕੋਈ ਸਕੂਟਰ ਵਾਲਾ ਆਉਂਦਾ, ਹਰੇਕ ਬੰਦੇ ਨੂੰ ਪਰਚੀ ਲੱਗਣ ਲੱਗ ਗਈ। ਚਾਹੇ ਕੋਈ ਸੈਰ ਕਰਨ ਆਉਂਦਾ, ਚਾਹੇ ਕੋਈ ਸਬਜ਼ੀ ਲੈਣ ਆਉਂਦਾ, ਕੁਛ ਵੀ ਕਰਨ ਆਉਂਦਾ, ਉਹ ਠੇਕੇਦਾਰ ਕਹਿੰਦੇ ਜੀ ਉਹ 'ਤੇ ਪਰਚੀ ਲੱਗੂਗੀ। ਚਾਹੇ ਕੋਈ ਰਿਸ਼ਤੇਦਾਰ ਆਉਂਦਾ, ਚਾਹੇ ਕੋਈ ਜਿਹੜਾ ਮਰਜ਼ੀ ਆਉਂਦਾ ਜੀ। ਕੱਲ੍ਹ ਇੱਕ ਬੰਦਾ ਜੀ ਇੱਥੇ ਰੇਹੜੀ ਤੇ ਗਊਆਂ ਨੂੰ ਪੱਠੇ ਪਾਉਣ ਆਇਆ, ਹਾਲਾਂਕਿ ਇਹਨਾਂ ਨੇ ਉਹਨਾਂ ਤੋਂ ਵੀ ਪਰਚੀ ਲਈ ਆ। ਹੁਣ ਤੁਹਾਡੇ ਜਥੇਬੰਦੀ ਨੇ ਕੀ ਫੈਸਲਾ ਕੀਤਾ? ਸਾਡੇ ਜਥੇਬੰਦੀ ਨੇ ਇਹੀ ਫੈਸਲਾ ਕੀਤਾ ਵੀ ਜਿੰਨਾ ਚਿਰ ਇਹ ਗੁੰਡਾਗਰਦੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਮੰਡੀ ਬੰਦ ਰਹੂਗੀ। ਸ਼ਹਿਰ ਦੇ ਵਿੱਚ ਕੋਈ ਵੀ ਸਬਜ਼ੀ ਦੀ ਦੁਕਾਨ ਨਾ ਰੇਹੜੀ ਲੱਗੂਗੀ। ਅੱਜ ਇਹ ਗੁੰਡਾਗਰਦੀ ਦੇ ਖਿਲਾਫ ਅਸੀਂ ਧਰਨਾ ਲਾਇਆ ਵਾ। ਲਗਾਤਾਰ 3 ਮਹੀਨੇ ਤੋਂ ਹੀ ਬਹੁਤ ਪਰੇਸ਼ਾਨ ਸੀ ਇਹਨਾਂ ਗੁੰਡਿਆਂ ਤੋਂ। ਸਰਕਾਰ ਨੇ ਜਿਹੜੀ ਮੰਡੀਆਂ ਨੇ ਇਹ ਟੋਟਲ ਵੇਚ ਦਿੱਤੀਆਂ ਨੇ, ਗੁੰਡਿਆਂ ਦੇ ਹਵਾਲੇ ਕਰ ਦਿੱਤੀਆਂ ਨੇ। ਇੱਥੇ ਜਿਹੜੇ ਸਾਥੀ ਦੇ ਅੰਦਰ ਵੜਨਾ, ਮੰਡੀ ਦਾਖਲ ਹੋਣਾ, ਉਹਦੀ ਪਰਚੀ, ਗੈਸ ਸਿਲੰਡਰ ਨਾਲ ਉਹਦੀ ਪਰਚੀ, ਕੋਈ ਪਾਣੀ ਫਿਲਟਰ ਦੇਣਾ ਉਹਦੀ ਪਰਚੀ, ਕੋਈ ਰਿਸ਼ਤੇਦਾਰ ਆਇਆ ਉਹਦੀ ਪਰਚੀ, ਕੋਈ ਸਬਜ਼ੀ ਭਾਜੀ ਲੈਣਾ ਉਹਦੀ ਪਰਚੀ। ਇਹਦੇ ਤੰਗ ਹੋ ਕੇ ਹੀ ਲਗਾਤਾਰ ਅਸੀਂ 3 ਮਹੀਨੇ ਬਾਅਦ ਅਸੀਂ ਅੱਜ ਦੇ ਦਿਨ ਹੜਤਾਲ ਕੀਤੀ ਆ। 27 ਦਾ ਸਾਡਾ ਸੱਦਾ ਸੀ, ਟੋਟਲ ਬੰਦ ਆ। ਇਦੋਂ ਗਾਂ ਅੱਜ ਅਧਿਕਾਰੀਆਂ ਕੋਲ ਜਾ ਕੇ ਆਏ ਆ, ਸੈਕਟਰੀ ਸਾਹਿਬ ਕੋਲੇ। ਉਹਦਾ ਜਿਹੜਾ ਰਵੱਈਆ ਕੋਈ ਬਾਹਲਾ ਵਧੀਆ ਨਹੀਂ ਸੀ। ਜਿਹੜਾ ਉਹਦਾ ਰਵੱਈਆ ਸੀ ਉਹਦਾ
ਟੋਟਲ ਰਵੱਈਆ ਸੈਕਟਰੀ ਦਾ ਗੁੰਡਿਆਂ ਪੱਖੀ ਜੀ। ਉਹਦਾ ਮਾਮਲਾ ਇਹ ਹੈ ਜੀ ਸਰ ਜੀ, ਇਸ ਸਾਲ ਰਾਏਕੋਟ ਮੰਡੀ ਵਿੱਚ ਯੂਜ਼ਰ ਚਾਰਜਸ ਤੇ ਪਾਰਕਿੰਗ ਦਾ ਠੇਕਾ ਦਿੱਤਾ ਗਿਆ ਸੀਗਾ ਅਤੇ ਉਹਦੇ ਵੱਲੋਂ ਸਰਕਾਰ ਵੱਲੋਂ ਅਤੇ ਮੰਡੀ ਬੋਰਡ ਵੱਲੋਂ ਰੇਟ ਨਿਰਧਾਰਿਤ ਹਨ ਵੀ ਇਹ ਰੇਟ 'ਚ ਮੰਡੀ 'ਚ ਐਂਟਰੀ ਫੀਸ ਕਰਨੀ ਹੈ ਜਾਂ ਯੂਜ਼ਰ ਚਾਰਜਸ ਜਾਂ ਉਹਨਾਂ ਨੇ ਦੇਣੇ ਆ ਰੇਹੜੀ ਫੜੀ ਵਾਲਿਆਂ ਨੇ। ਅਤੇ ਇਹ ਇੱਕ ਪਿਛਲੇ 2-3 ਦਿਨਾਂ ਤੋਂ ਫੜੀ ਵਾਲਿਆਂ ਨੇ ਸਾਰਿਆਂ ਨੇ ਇੱਕ ਯੂਨਿਟੀ ਕਰਕੇ ਆਪਦਾ ਇੱਕ ਵੀ ਇਹ ਫੀਸ ਨਾ ਦੇਣ ਦਾ ਫੈਸਲਾ ਕੀਤਾ ਆਪਦਾ। ਅਤੇ ਇਸ ਸੰਬੰਧੀ ਫਿਰ ਠੇਕੇਦਾਰ ਨੇ ਮੰਡੀ ਦੀ ਐਂਟਰੀ ਦੇ ਵਿੱਚ ਜਿੱਥੇ ਉਹਨੇ ਫੀਸ ਕੱਟਣੀ ਆ, ਪਰਚੀ ਕੱਟਣੀ ਹੈਗੀ ਆ, ਉਹਨਾਂ ਨੇ ਜਿਹੜੇ ਫੀਸ ਨਹੀਂ ਦੇ ਰਹੇ ਸੀਗੇ ਆਪਦੀ ਨਿਰਧਾਰਿਤ ਜਿਹੜੀ ਬਣਦੀ ਆ ਉਹਨਾਂ ਨੂੰ ਰੋਕਿਆ। ਅਤੇ ਉਹ ਕਹਿੰਦੇ ਵੀ ਅਸੀਂ ਹੁਣ ਉਹਨਾਂ ਦੀ ਯੂਨੀਅਨ ਵੱਲੋਂ ਕਿਹਾ ਗਿਆ ਵੀ ਅਸੀਂ ਕੋਈ ਵੀ ਜਿਹੜੀ ਬਣਦੀ ਫੀਸ ਹੈਗੀ ਆ ਉਹ ਨਹੀਂ ਦੇਵਾਂਗੇ ਅਤੇ ਇਸ ਰਿਗਾਰਡਿੰਗ ਤੁਸੀਂ ਜੋ ਹੈਗਾ ਆਪਣਾ ਆਪਣੇ ਉੱਪਰ ਇੰਟੀਮੇਟ ਕਰੋ ਸਰਕਾਰ ਨੂੰ ਜਾਂ ਮੰਡੀ ਬੋਰਡ ਨੂੰ ਇਹਦੇ ਬਾਰੇ ਸੂਚਨਾ ਦਿਓ। ਤੇ ਉਧਰ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦੇ ਲੁਧਿਆਣਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਆਰੋਪੀਆਂ ਨੂੰ ਨਾਕੇਬੰਦੀ ਦੌਰਾਨ ਫੜਿਆ ਗਿਆ ਹੈ ਅਤੇ ਆਰੋਪੀਆਂ ਦੇ ਕੋਲੋਂ 39 ਮੋਬਾਈਲ ਫੋਨ, ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਨੇ। ਦੋਵੇਂ ਆਰੋਪੀਆਂ ਤੋਂ ਪੁੱਛ ਪੜਤਾਲ ਜਾਰੀ ਹੈ ਤੇ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। HAPS ਮਾਡਲ ਟਾਊਨ ਦਾ ਮੁਕੱਦਮਾ ਹੈਗਾ ਜਿਹ 'ਚ ACP ਸਿਵਲ ਲਾਈਨਸ ਹਰੀਸ਼ ਬਹਿਲ ਤੇ SHO ਮਾਡਲ ਟਾਊਨ ਇਹਨਾਂ ਨੇ ਔਰ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਇੱਥੇ ਇੱਕ ਫਾਰਵਰਡ ਐਂਡ ਬੈਕਵਰਡ ਲਿੰਕੇजेस ਨੂੰ ਸਟੈਬਲਿਸ਼ ਕਰਦੇ ਹੋਏ ਇੱਕ 39 ਮੋਬਾਈਲ ਫੋਨਸ ਵਿਚ ਹੈਡ ਬੀਨ ਸਨੈਚਡ ਫਰੋਮ ਦ ਜਨਰਲ ਪਬਲਿਕ ਦੇ ਵਰ ਰਿਕਵਰਡ ਤੇ ਇਹਦੇ ਨਾਲ 3 ਜਿਹੜੇ ਅਕਿਊਜ਼ਡ ਹੈਗੇ ਉਹਨਾਂ ਨੂੰ ਆਪਾਂ ਅਰੈਸਟ ਕੀਤਾ ਹੈ ਜਿਨ੍ਹਾਂ ਦੇ ਨਾਮ ਹੈਗੇ ਪ੍ਰਦੀਪ ਕੁਮਾਰ, ਕਾਲੂ ਤੇ ਪ੍ਰਿੰਸ ਚੱਟਾ and he is yet to be arrested but he has been identified। so ਇਹ 'ਚ ਹੋਰ ਵੀ ਰਿਕਵਰੀਜ਼ ਹੋਣ ਦੀ ਜਿਹੜੀ ਹੈਗੀ ਸੰਭਾਵਨਾ ਹੈਗੀ but yes 39 ਮੋਬਾਈਲ ਫੋਨਸ is a big achievement because ਆਪਾਂ ਸਾਰੇ ਹੀ ਜਾਣਦੇ ਹੈਗੇ ਕਿ ਇੱਕ ਮਿਡਲ ਕਲਾਸ फैमिली ਜਿਹੜੀ हैगी या बच्चे हो गए या बूढ़ी महिलाएं हो गई उनके लिए आज की डेट में मोबाइल फ़ोन इट इज़ मोर देन जस्ट अ डिवाइस, इट इज़ अ रिपोजिटरी ऑफ ऑल आर इंपॉर्टेंट इन्फॉर्मेशनस। साढ़े ਜਿਹੜੇ ट्रांजैक्शनस होंगे ने बैंक ट्रांजैक्शनस होंगे ने वो भी सारे पासवर्ड्स एंड ऑल आजकल आप मोबाइल सेव करते हैं। सो अलॉन्ग विद दिस आई वुड ऑल्सो लाइक टू रिक्वेस्ट ऑल द सिटीजन्स आउट देयर कि आपकी जो इसेंशियल इन्फॉर्मेशन है जस्ट इन केस योर मोबाइल गेट्स लॉस्ट और गेट स्टोलन उसको इमीडिएटली आप ब्लॉक करा दें। यू ब्रिंग इट टू द नोटिस ऑफ द लॉ एनफोर्समेंट एजेंसीज ताकि आपका और कोई नुकसान इसमें ना हो। ਤੇ ਹੁਣ ਖਬਰ ਆਮ ਲੋਕਾਂ ਨਾਲ ਜੁੜੀ ਹੋਈ ਹੈ। ਜ਼ਰੂਰੀ ਰੱਖ ਰਖਾਵ ਦੇ ਚਲਦਿਆਂ ਕੱਲ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਿਜਲੀ ਦੇ ਕੱਟ ਲੱਗਣਗੇ। ਜਿਹੜੇ ਇਲਾਕੇ ਦੇ ਵਿੱਚ ਬਿਜਲੀ ਦੀ ਕਿੱਲਤ ਆਵੇਗੀ ਉਹਨਾਂ ਦੇ ਵਿੱਚ ਫਰੈਂਡਸ ਕਲੋਨੀ, ਕੁਮਾਰ ਸਟੇਟ, ਰਾਚੀ ਕਲੋਨੀ, ਖੰਨਾ ਕਲੋਨੀ, ਕਰੋਲ ਪਾਰਕ, ਬਸੰਤ ਸਿਟੀ ਦੇ ਵਿੱਚ ਬਿਜਲੀ ਦੇ ਕੱਟ ਲੱਗਣਗੇ। ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਨੂਰਾਵਾਲਾ ਰੋਡ, ਕਾਲੀ ਸੜਕ, ਕਾਕੋਵਾਲ ਰੋਡ, ਕੈਲਾਸ਼ ਨਗਰ ਰੋਡ, ਰਾਹੋਂ ਰੋਡ, ਗਗਨਦੀਪ ਕਲੋਨੀ, ਸੁਭਾਸ਼ ਨਗਰ, ਸੁੰਦਰ ਨਗਰ, ਸੇਖੇਵਾਲ ਅਤੇ ਨਾਲ ਨੇੜੇ ਇਲਾਕੇ ਦੇ ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਸੁਖਮਨੀ ਇਨਕਲੇਵ, ਮਹਾਵੀਰ ਇਨਕਲੇਵ, ਰਾਜਾ ਗਾਰਡਨ ਅਤੇ ਹੋਰ ਜਿਹੜੇ ਨੇੜਲੇ ਇਲਾਕੇ ਨੇ ਇੱਥੇ ਬਿਜਲੀ ਦੀ ਕਿੱਲਤ ਕਰਕੇ ਲੋਕਾਂ ਨੂੰ ਥੋੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ। ਪਸ਼ੂਆਂ ਦੇ ਹਰੇ ਚਾਰੇ ਦੇ ਰੇਟਾਂ ਵਿੱਚ ਇਜ਼ਾਫੇ ਤੋਂ ਬਾਅਦ ਦੁੱਧ ਦੇ ਰੇਟ ਵੀ ਕਾਫੀ ਵੱਧ ਗਏ ਨੇ ਜਿਸ ਕਰਕੇ ਆਮ ਲੋਕਾਂ ਨੂੰ ਥੋੜੀ ਮਹਿੰਗਾਈ ਦੀ ਮਾਰ ਪੈ ਰਹੀ ਹੈ ਅਤੇ ਹੁਣ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵੱਲੋਂ ਇਸ ਸਮੱਸਿਆ ਦਾ ਹੱਲ ਕੱਢਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਯੂਨੀਵਰਸਿਟੀ ਦੇ ਡਾਇਰੈਕਟਰ ਨੇ ਦੱਸਿਆ ਹੈ ਕਿ ਫੂਡ ਵੇਸਟ ਨੂੰ ਪਸ਼ੂਆਂ ਦੀ ਫੀਡ ਦੇ ਰੂਪ ਦੇ ਵਿੱਚ ਇਸਤੇਮਾਲ ਦੀ ਖੋਜ ਨੂੰ ਯੂਨੀਵਰਸਿਟੀ ਦੇ ਵੱਲੋਂ ਕੀਤਾ ਜਾ ਰਿਹਾ ਅਤੇ ਇਸ ਖੋਜ ਨੂੰ 1 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਇਹ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ। ਅਸੀਂ ਸਾਡਾ ਮੁੱਖ ਮੰਤਵ ਅੱਜ ਕੱਲ੍ਹ ਡੇਅਰੀ ਧੰਦੇ ਦੇ ਵਿੱਚ ਜਿਹੜੀ ਵੱਡੀ ਪ੍ਰੋਬਲਮ ਆ ਰਹੀ ਹੈ ਫੀਡ ਦੀ ਕਾਸਟ ਵਧੀ ਹੋਈ ਹੈ ਉਹਨੂੰ ਘਟਾਉਣ 'ਤੇ ਹੀ ਹੈ ਵੀ ਕੋਈ ਉਪਰਾਲੇ ਕੀਤੇ ਜਾਣ ਤਾਂ ਕਿ ਫੀਡ ਦੀ ਕਾਸਟ ਜਿਹੜੀ ਹੈ ਉਹਦੇ ਇਨਗਰੀਡੀਐਂਟ ਨੇ ਖਲ ਵੜੇਵੇਂ, ਸੋਇਆਬੀਨ ਦੁੱਗਣੀਆਂ ਪ੍ਰਾਈਸ 'ਤੇ ਹੋ ਗਈਆਂ ਅਤੇ ਫਾਰਮਰ ਨੂੰ ਜਿਹੜਾ ਦੁੱਧ ਉਤਪਾਦਕ ਇੱਕ ਲਾਹੇਵੰਦ ਧੰਦਾ ਨਹੀਂ ਲੱਭ ਰਿਹਾ। ਅਤੇ ਗੌਰਮੈਂਟ ਦਾ ਵੀ, ਪੰਜਾਬ ਗੌਰਮੈਂਟ ਦਾ ਵੀ ਇਹੀ ਇੱਕ ਵੱਡਾ ਯਤਨ ਹੈ ਵੀ ਕਿਸੇ ਤਰੀਕੇ ਆਪਾਂ ਫੀਡ ਦੀ ਕਾਸਟ ਘਟਾਈ ਜਾਵੇ। ਜੇ ਫੀਡ ਦੀ ਕਾਸਟ ਘਟਦੀ ਹੈ ਤਾਂ ਫਾਰਮਰ ਦਾ ਮੁਨਾਫਾ ਵਧੂਗਾ। ਇਸੇ ਕਰਕੇ ਸਾਡੀ ਯੂਨੀਵਰਸਿਟੀ ਵੀ ਕਈ ਤਰ੍ਹਾਂ ਦੇ ਯਤਨ ਕਰਦੀ ਹੈ। ਉਹਨਾਂ 'ਚੋਂ ਇੱਕ ਯਤਨ ਇਹ ਹੈ ਵੀ ਅਸੀਂ ਇੱਕ ਕੰਪਨੀ ਨਾਲ MOU ਸਾਈਨ ਕੀਤਾ। ਉਹ ਕੰਪਨੀ ਜਿਹੜੀ ਹੈਗੀ ਹੈ ਉਹ ਇੱਕ ਵੇਸਟ ਪ੍ਰੋਡਕਟ ਜਿਹੜੇ ਐਗਰੋ ਫੂਡ ਪ੍ਰੋਸੈਸਿੰਗ ਯੂਨਿਟਸ ਨੇ ਉਹਨਾਂ ਤੋਂ ਵੇਸਟ ਇਕੱਠਾ ਕਰਦੀ ਹੈ ਅਤੇ ਉਹ ਇਹ ਚਾਹੁੰਦੇ ਆ ਵੀ ਆਪਾਂ ਕਿਸੇ ਤਰੀਕੇ ਇਸ ਚੀਜ਼ ਨੂੰ ਆਪਾਂ ਫੀਡ ਦੇ ਵਿੱਚ ਯੂਜ਼ ਕੀਤਾ ਜਾ ਸਕੇ। ਉਹ ਜਿਵੇਂ ਕਿ ਆਪਣੇ ਬੇਕਰੀ ਦੇ ਪ੍ਰੋਡਕਟ ਨੇ
ਨੂਡਲਸ ਫੈਕਟਰੀਜ਼ ਨੇ, ਪਾਸਤਾ ਫੈਕਟਰੀਜ਼ ਨੇ, ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹੈਗਾ ਵੇਸਟ ਚੀਜ਼ਾਂ ਵੇਸਟ ਹੋ ਜਾਂਦੀਆਂ ਨੇ, ਅਤੇ ਉਹ ਵੇਸਟ ਨੂੰ ਆਪਾਂ ਇਨਵਾਇਰਮੈਂਟ ਦੇ ਲਈ, ਵਾਤਾਵਰਨ ਦੇ ਲਈ ਬਹੁਤ ਵੱਡਾ ਨੁਕਸਾਨ ਹੈ। ਉਹ ਸੜਕਾਂ 'ਤੇ ਸੁੱਟ ਦਿੰਦੇ ਆ ਜਾਂ ਡੰਪ ਕਰਦੇ ਆ, ਉਹਦੇ ਨਾਲ ਵਾਤਾਵਰਨ ਨੂੰ ਬਹੁਤ ਨੁਕਸਾਨ ਹੁੰਦਾ। ਇੱਕ ਪਾਸੇ ਤਾਂ ਉਹ ਨੁਕਸਾਨ ਕਰਦੀਆਂ ਨੇ, ਅਤੇ ਅਸੀਂ ਉਸੇ ਚੀਜ਼ ਨੂੰ ਜੇ ਆਪਾਂ ਪ੍ਰੋਪਰ ਯੂਜ਼ ਕੀਤਾ ਜਾਵੇ, ਜੇ ਉਹਨੂੰ ਫੀਡ ਦੇ ਵਿੱਚ ਯੂਜ਼ ਕੀਤਾ ਜਾਵੇ ਤਾਂ ਉਹਦੇ ਵਿੱਚ ਫੀਡ ਦੀ ਕਾਸਟ ਘੱਟ ਸਕਦੀ ਹੈ। ਗੁਰੂ ਨਾਨਕ ਭਵਨ ਦੇ ਵਿੱਚ ਸਵਦੇਸ਼ੀ ਜਾਗਰਣ ਮੰਚ ਦੇ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿੱਥੇ ਕਿ ਵੱਖ-ਵੱਖ ਉਦਯੋਗਾਂ ਨਾਲ ਸੰਬੰਧਿਤ ਉਦਯੋਗਪਤੀਆਂ ਨੇ ਸ਼ਿਰਕਤ ਕੀਤੀ ਹੈ ਤੇ ਨਾਲ ਹੀ ਸਵਦੇਸ਼ੀ ਜਾਗਰਣ ਮੰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਦੇਸ਼ ਦੀ ਆਰਥਿਕਤਾ ਨੂੰ ਵਧਾਉਣ ਦੇ ਲਈ ਭਾਰਤ ਦੇ ਵਿੱਚ ਉਦਯੋਗ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਸਮਾਗਮ ਦੇ ਵਿੱਚ ਪਹੁੰਚੇ ਉਦਯੋਗਪਤੀਆਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ। जागरण मंच ने आज का कार्यक्रम आयोजित किया था गुरु नानक ऑडिटोरियम में। इसका प्रमुख उद्देश्य है कि ਅਸੀਂ ਇੱਧਰ ਦੀ ਜਿਹੜੀ MSME ਇੰਡਸਟਰੀ ਹੈ ਉਸ ਨੂੰ ਕਿਵੇਂ ਬੂਸਟ ਕਰ ਸਕਦੇ ਹਾਂ, ਲੁਧਿਆਣਾ ਦੀ ਇੰਡਸਟਰੀ ਨੂੰ ਕਿਵੇਂ ਬੂਸਟ ਕਰ ਸਕਦੇ ਹਾਂ, ਔਰ ਟੋਟਲ ਦੇਸ਼ ਦੀ ਇਕਨੋਮੀ ਔਰ ਦੇਸ਼ ਦੇ ਐਮਪਲੋਇਮੈਂਟ ਨੂੰ ਕਿਵੇਂ ਅਸੀਂ ਐਡਰੈਸ ਕਰ ਸਕਦੇ ਹਾਂ। स्वदेशी जागरण मंच ने बाकी दे 11 संगठनों के नाल मिल के और स्वावलंबी भारत अभियान शुरू किया हैगा। ये देश स्वावलंबी बने, प्रत्येक युवा रोज़गार युक्त है और भारत 2030 तक $10 ट्रिलियन की इकोनॉमी बन जाए, इस दे वास्ते सारे देश प्रयत्न चल रहे हैं। अज लुधियाना दे विच भी ये साडे इंडस्ट्री के लोग है ने, इन्हां सब ने मिल के अज इस टाइप का एक कार्यक्रम जो है इत्थे आयोजित किया है। सर जिहड़े कि लोग शामिल होए हैं लुधियाने के इंडस्ट्री के बाहर के लोग भी शामिल होए, ये प्रमुख रूप नाल ते लुधियाना की इंडस्ट्री वास्ते रखा होया है। ये सब दे इधर हैगे ने, साडे अशोक जी हैगे ने, IMC दे साडे चावला जी हैगे ने, राकेश कपूर जी खड़े ने, बाकी सब इधर दे इस इंडस्ट्री दे इधर लुधियाना दे लोग सी, बाकी कुछ जने जलंधर तो और बठिंडे तो भी आए सी, वो अलग गल है, लेकिन प्रमुख रूप नाल अज लुधियाना दी इंडस्ट्री दा कार्यक्रम जो है आज दी मीटिंग दे विच की एजेंडे रखे गए मेन प्रमुख रूप नाल एजेंडा रखे गए कि MSME ਨੂੰ ਜਿਹੜੀ आवश्यकता हैगी, ਜਿਹੜੀ ਉਹਨਾਂ ਨੂੰ ਜ਼ਰੂਰਤ ਹੈਗੀ ਹੈ, ਇਨਫਰਾਸਟ੍ਰਕਚਰ ਦੀ ਜ਼ਰੂਰਤ ਹੈਗੀ, ਇੱਥੇ ਇੱਕ ਟ੍ਰੇਡ ਸੈਂਟਰ ਡਿਵੈਲਪ ਹੋਵੇ, ਇਸ ਦੇ ਵਾਸਤੇ ਉਹਨਾਂ ਦੀ ਕਿਆ ਨਾਮ ਹੈ ਬੜੀ आवश्यकता ਹੈਗੀ, ਕ੍ਰੈਡਿਟ ਉਹਨਾਂ ਨੂੰ ਮਿਲ ਜਾਏ, ਲੋਨ ਪਾਸ ਹੋ ਜਾਣ ਠੀਕ, ਇਸ ਦੇ ਵਾਸਤੇ ਉਹਨਾਂ ਨੇ ਡਿਮਾਂਡ ਕੀਤੀ ਹੈਗੀ। ਉਹਨਾਂ ਦਾ ਕੀ ਕੀਤਾ ਜਾ ਸਕਦਾ ਹੈ, ਸਰਕਾਰ ਨਾਲ ਵੀ, ਕੇਂਦਰ ਸਰਕਾਰ ਨਾਲ ਖਾਸ ਕਰ ਅਸੀਂ ਇਸ ਦੇ ਬਾਰੇ 'ਚ ਗੱਲ ਕਰਾਂਗੇ ਔਰ ਨਿਸ਼ਚਿਤ ਰੂਪ ਨਾਲ ਲੁਧਿਆਣਾ ਦੀ ਇੰਡਸਟਰੀ ਅੱਗੇ ਬੂਸਟ ਕਰੇਗੀ। ਦੇਸ਼ੀ ਜਾਗਰਣ ਮੰਚ ਵੱਲੋਂ ਜਿਹੜੀ ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਹਦੇ ਵਿੱਚ ਆਤਮ ਮੰਥਨ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਛੋਟੀ ਇੰਡਸਟਰੀ MSME ਜਿਹੜੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ ਗਰੋਥ ਆਫ ਐਨੀ ਕੰਟਰੀ, ਉਹਦੇ ਵਾਸਤੇ ਅਸੀਂ ਵੱਧ ਚੜ੍ਹ ਕੇ ਕੀ ਕੰਮ ਕਰ ਸਕਦੇ ਹਾਂ। ਕਾਫੀ ਦੇਰ ਤੋਂ ਅਸੀਂ ਇੰਡਸਟਰੀ ਨਾਲ ਤਲਕ ਰੱਖਦੇ ਹਾਂ, ਬਟ ਅੱਜ ਸਤੀਸ਼ ਜੀ ਨੇ ਜੋ ਸਾਨੂੰ ਇਨਸਪੀਰੇਸ਼ਨ ਦਿੱਤੀ ਹੈ, ਮੈਂ ਸਮਝਦਾ ਕਿ ਸਾਡੀਆਂ ਅੱਖਾਂ ਖੋਲ੍ਹ ਕੇ ਰੱਖ ਦਿੱਤੀਆਂ ਕਿ ਢਹਿੰਦੀ ਕਲਾਂ 'ਚ ਜੇ ਸੋਚ ਜਿਹੜੀ ਸਾਡੀ ਜਾ ਰਹੀ ਸੀਗੀ, ਉਹਨਾਂ ਨੂੰ ਦੁਬਾਰਾ ਲਹੂ ਨੂੰ ਵਗਾਵ ਇੰਨਾ ਤੇਜ਼ ਕਰ ਦਿੱਤਾ ਕਿ ਸੋਚਣ ਨੂੰ ਮਜਬੂਰ ਹੋ ਗਏ ਕਿ ਐਡੀ ਵੱਡੀ ਤਾਕਤ ਮਾਈਕਰੋ ਮਾਯੂਸ ਹੋ ਕੇ ਕਿਉਂ ਬੈਠੀ ਹੈ। ਤਾਂ ਮੈਂ ਸਮਝਣਾ ਕਿ ਮੈਂ ਆਹਵਾਨ ਨਹੀਂ ਕਰਦਾ ਇਸ ਤੁਹਾਡੇ ਚੈਨਲ ਦੇ ਥਰੂ ਕਿ ਮਾਈਕਰੋ ਇੰਡਸਟਰੀ ਜਿਹੜੀ ਦੇਸ਼ ਦੀ ਨਹੀਂ ਵਰਲਡ ਦੇ ਵਿੱਚ ਅਸੀਂ ਇੰਡੀਅਨ 10 ਟ੍ਰਿਲੀਅਨ ਇਕਨੋਮੀ ਨੂੰ ਜੋ ਸੁਪਨਾ ਅਸੀਂ 2030 ਦਾ ਆਦਰਣੀ ਪ੍ਰਧਾਨ ਮੰਤਰੀ ਜੀ ਨੇ ਲਿਆ, ਉਹਨੂੰ ਪੂਰਾ ਕਰਨ ਵਾਸਤੇ ਕਦਮ ਵਧਾ ਰਹੇ ਸੀਗੇ, ਬਟ ਅੱਖੋਂ ਅਣਗੌਲੇ ਹੋ ਰਹੇ ਸੀ ਕਿ ਸ਼ਾਇਦ ਸਾਡੀ ਤਾਕਤ ਦੀ ਕਮੀ ਹੈ। ਲੋੜ ਇਸ ਗੱਲ ਦੀ ਹੈ ਕਿ ਮਾਈਕਰੋ ਇੰਡਸਟਰੀ, ਸਮਾਲ ਤੇ ਮੀਡੀਅਮ ਆਪਣੀ ਤਾਕਤ ਨੂੰ ਪਛਾਣ ਕੇ, ਜੋਸ਼ ਵਧਾ ਕੇ ਸਰਕਾਰ ਦੇ ਹੁੰਗਾਰੇ ਨੂੰ ਅਸੈਪਟ ਕਰੇ ਤੇ ਚੈਲੰਜ ਦੇ ਤੌਰ ਤੇ ਲੈਂਦੇ ਹੋਏ ਭਾਰਤ ਨੂੰ ਮੈਂ ਸਮਝਣਾ ਕਿ 10 ਟ੍ਰਿਲੀਅਨ ਨਹੀਂ, ਬਾਉਂਡਸ ਐਂਡ ਡੀਪ ਅੱਗੇ ਲੈ ਕੇ ਜਾ ਸਕਦੇ ਹਾਂ। ਜੇ ਅਸੀਂ ਆਪਣੇ ਇੱਥੋਂ ਮੈਂ ਤਾਂ ਕਹਾਂਗਾ ਕਿ ਕਿਸੇ ਨੂੰ ਭੁੱਖੇ ਨੂੰ ਰੋਟੀ ਖਿਲਾਉਣ ਦੀ ਬਜਾਏ ਉਹਨੂੰ ਰੋਟੀ ਕਮਾਉਣ ਵਾਸਤੇ ਲਗਾਤਾ ਜਾਵੇ, ਰੋਟੀ ਬਣਾਉਣੀ ਸਿਖਾਤੀ ਜਾਵੇ ਤਾਂ ਕਿ ਆਪਣੀ ਰੋਟੀ ਤੇ ਖਾਵੇ ਔਰ ਲੋਕਾਂ ਦਾ ਪੇਟ ਭਰੇ। ਖੰਨਾ ਦੇ ਨੰਦ ਸਿੰਘ ਐਵੇਨਿਊ ਦੇ ਵਿੱਚ ਰਹਿਣ ਵਾਲੇ 73 ਸਾਲਾ ਸੁਰਿੰਦਰ ਸ਼ਰਮਾ ਨੇ ਪਾਂਡੀਚੇਰੀ ਵਿਖੇ ਰਾਸ਼ਟਰੀ ਪੱਧਰ ਤੇ ਉੱਪਰ ਆਪਣੀ ਤਾਕਤ ਦਾ ਲੋਹਾ ਮਨਵਾਇਆ ਅਤੇ 3 ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ 2011 ਤੋਂ ਖੇਡਾਂ ਦੇ ਵਿੱਚ ਭਾਗ ਲੈਂਦੇ ਆ ਰਹੇ ਨੇ ਅਤੇ ਹੁਣ ਤੱਕ 105 ਮੈਡਲ ਜਿੱਤ ਚੁੱਕੇ ਨੇ। ਪਾਂਡੀਚੇਰੀ ਵਿਖੇ ਹੋਈਆਂ ਨੈਸ਼ਨਲ ਖੇਡਾਂ ਦੇ ਵਿੱਚ ਵੀ ਉਹਨਾਂ ਨੇ 5 ਕਿਲੋਮੀਟਰ ਫਾਸਟ ਵਾਕ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ। ਪਹਿਲਾਂ ਸਾਡੀ ਹੋਈ 800, ਉਹਦੇ 'ਚ ਮੇਰੀ 3rd ਪੋਜੀਸ਼ਨ ਰਹੀ। ਉਹ ਤੋਂ ਬਾਅਦ ਹੋਈ 15, ਉਹਦੇ 'ਚ ਮੇਰੀ 4ਥੀ ਪੋਜੀਸ਼ਨ ਰਹੀ। ਫਿਰ ਹੋਈ 5 ਕਿਲੋਮੀਟਰ ਵਾਕ, ਫਾਸਟ ਵਾਕ, ਉਹਦੇ 'ਚ ਮੇਰੀ 16 ਬੰਦੇ ਦੇ ਵਿੱਚੋਂ ਫਸਟ ਸੀਗਾ ਨੈਸ਼ਨਲ ਲੈਵਲ 'ਤੇ, ਮੈਂ ਪਹਿਲੀ ਪੋਜੀਸ਼ਨ ਸੀਗੀ। ਜਿਹਦੇ 'ਚ 3 ਗਰੁੱਪ ਛੱਡੇ ਸੀ, 60, 65 ਅਤੇ 70+।
ਤਿੰਨਾਂ ਗਰੁੱਪਾਂ 'ਚ ਮੈਂ ਟੌਪ 'ਤੇ ਸੀਗਾ। ਤੇ ਸਰ ਕਿੱਥੇ ਮੁਕਾਬਲਾ ਹੋਇਆ ਸੀਗੇ? ਇਹ ਪੌਂਡੀਚੇਰੀ ਕੁਡਾਲੋਰ ਹੈ, ਨੈਕਸਟ ਪੌਂਡੀਚੇਰੀ ਤੋਂ ਅੱਗੇ ਥੋੜ੍ਹਾ ਜਿਹਾ ਕੁਡਾਲੋਰ, ਉੱਥੇ ਹੋਈ ਸੀਗੀ। ਤੇ ਕਿੰਨੇ ਕੁ ਹੋਰ ਖਿਡਾਰੀ ਤੁਹਾਡੇ ਤੋਂ ਇਲਾਵਾ ਜਿਹੜੇ ਇੱਥੇ ਪਹੁੰਚੇ ਹੋਏ ਸੀ? ਤਕਰੀਬਨ ਉੱਥੇ 1500-1600 ਬੰਦਾ ਸੀਗਾ। ਤੇ ਸਰ ਤੁਸੀਂ ਕਿੰਨੇ ਕੁ ਸਮੇਂ ਤੋਂ ਇਸ ਚੀਜ਼ ਦੀ ਜਿਹੜੀ ਹੈਗੀ ਪ੍ਰੈਕਟਿਸ ਕਰ ਰਹੇ ਹੋ? ਮੈਂ ਇਹਦੇ 'ਚ 2011 ਤੋਂ। ਜਲੰਧਰ ਬਾਈਪਾਸ ਚੌਂਕ ਵਿੱਚ ਸੰਤ ਰਾਮਾਨੰਦ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿੱਥੇ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਬੰਧਕਾਂ ਨੇ ਕਿਹਾ ਕਿ ਸੰਤ ਰਾਮਾਨੰਦ ਮਹਾਰਾਜ ਜੀ ਦੀ ਸਤਿਗੁਰੂ ਰਵਿਦਾਸ ਸਮਾਜ ਨੂੰ ਵੱਡੀ ਦੇਣ ਹੈ। ਦੱਸੀਏ ਕਿ ਇਸ ਸਮਾਗਮ ਦੇ ਵਿੱਚ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਨਿਜਾਤ ਦੇਣ ਦੇ ਲਈ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ। ਜੋ ਸੰਤ ਰਾਮਾਨੰਦ ਮਹਾਰਾਜ ਜੀ ਦਾ ਮਿਸ਼ਨ ਸੀ, ਜੋ ਸਤਿਗੁਰੂ ਰਵਿਦਾਸ ਮਹਾਰਾਜ ਦਾ ਮਿਸ਼ਨ ਸੀ, ਉਸ ਤੋਂ ਪਹਿਲਾਂ ਜੋ ਅਸੀਂ ਡਾਕਟਰ ਅੰਬੇਡਕਰ ਸਾਹਿਬ ਦੇ ਮਿਸ਼ਨ ਦੇ ਉੱਤੇ ਕੰਮ ਕਰ ਰਹੇ ਹਾਂ। ਸਾਰੇ ਨੌਜਵਾਨ, ਸਾਰਾ ਸਮਾਜ, ਦਲਿਤ ਸਮਾਜ ਦੇ ਵਿੱਚ ਜੁੜੇ ਹੋਏ ਹਰ ਵਰਗ ਦੇ ਲੋਕ, ਚਾਹੇ ਉਹ ਬਾਲਮੀਕ ਸਮਾਜ ਆ, ਮਜ਼੍ਹਬੀ ਸਮਾਜ ਆ, ਰਵਿਦਾਸੀਆ ਸਮਾਜ ਆ, ਸਮੂਹਿਕ ਤੌਰ ਤੇ ਅੱਜ ਅਸੀਂ ਫੈਸਲਾ ਕੀਤਾ ਇਕੱਠੇ ਹੋ ਕੇ ਸਮਾਜ ਹਿੱਤ, ਦੇਸ਼ ਹਿੱਤ ਔਰ ਇਸ ਲੁਧਿਆਣੇ ਸ਼ਹਿਰ ਦੇ ਹਿੱਤ ਬਹੁਤ ਸਾਰੇ ਸਮਾਜਿਕ ਕੰਮਾਂ ਦੀ ਸ਼ੁਰੂਆਤ ਕੀਤੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਗਰੀਬ ਵਰਗ ਦੇ ਲੋਕਾਂ ਨੂੰ, ਗਰੀਬ ਬੱਚਿਆਂ ਨੂੰ, ਉਹ ਪਰਿਵਾਰ, ਉਹ ਬੱਚੇ ਜਿਹੜੇ ਅੱਗੇ ਵਧਣਾ ਚਾਹੁੰਦੇ ਆ, ਉਹਨਾਂ ਕੋਲ ਸਾਧਨ ਨਹੀਂ ਹੈ, ਜਿਹੜੇ ਵਾਤਾਵਰਣ ਦੇ ਨਾਲ ਸੰਬੰਧਿਤ ਪਲਾਂਟੇਸ਼ਨ ਕਰਨਾ ਔਰ ਰੋਗੀਆਂ ਵਾਸਤੇ ਕੰਮ ਕਰਨੇ, ਅੱਜ ਦੇ ਸੰਗਠਨ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਸਾਰੇ ਲੋਕ ਭਲਾਈ ਦੇ ਕੰਮ ਅਸੀਂ ਰਲ ਮਿਲ ਕੇ ਇਕੱਠੇ ਕਰਨੇ ਆ। ਕੁਈਨ ਆਫ ਵਰਲਡ 2022 ਦੀ ਚੋਣ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਜਾਣੀਆਂ ਮਾਨੀਆਂ ਹਸਤੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ। ਦੱਸਦੀਏ ਕਿ ਇੱਕ ਸੁੰਦਰਤਾ ਮੁਕਾਬਲਾ ਸੀ, ਜਿਸ ਵਿੱਚ 18 ਤੋਂ 50 ਸਾਲ ਦੀ ਉਮਰ ਦੀਆਂ ਮਹਿਲਾਵਾਂ ਨੇ ਹਿੱਸਾ ਲਿਆ ਅਤੇ ਆਪਣੇ ਹੁਨਰ ਨੂੰ ਜਗਜ਼ਾਰ ਕੀਤਾ। ਇਸ ਮੌਕੇ ਜੇਤੂ ਰਹੀਆਂ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਬੁਲਟਨ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। खन्ना च वापरिया दर्दनाक सड़क हादसा, खड़ी कार उपर पलटिया कंटेनर, कार सवार 2 बच्चियां समेत महिला की हुई मौत। खन्ना के रहने वाले दसे जा रहे हैं मृतक। थाना डाबा के SHO ने लाई इंसाफ की गुहार, ACP खिलाफ पाई रपट, बदसलूकी करने के लाए इल्जाम। सरकारी ਅਤੇ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੇ ਲਈ ਮੁਹਿੰਮ ਜਾਰੀ। ਜਗਰਾਉਂ ਦੇ 3 ਪਿੰਡਾਂ ਦੀਆਂ ਜ਼ਮੀਨਾਂ ਤੋਂ ਹਟਾਏ ਗਏ ਨਜਾਇਜ਼ ਕਬਜ਼ੇ। ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਖੁਦ ਰਹੇ ਮੌਜੂਦ। ਲੁਧਿਆਣਾ ਕੋਰਟ ਕੰਪਲੈਕਸ ਵਿੱਚ ਤਕਨੀਕੀ ਖਰਾਬੀ ਕਰਕੇ ਲਿਫਟ ਹੋਈ ਬੰਦ। 2 ਘੰਟੇ ਤੱਕ ਲਿਫਟ ਵਿੱਚ ਫਸੇ ਰਹੇ ਵਕੀਲ ਅਤੇ ਆਮ ਲੋਕ, ਮੁਸ਼ੱਕਤ ਨਾਲ ਕੱਢਿਆ ਗਿਆ ਬਾਹਰ। ਰਾਏਕੋਟ ਦੇ ਵਿੱਚ ਆੜਤੀਆਂ ਤੇ ਰੇਹੜੀ ਫੜੀ ਵਾਲਿਆਂ ਦੇ ਵੱਲੋਂ ਰੋਸ ਪ੍ਰਦਰਸ਼ਨ। ਠੇਕੇਦਾਰ ਵੱਲੋਂ ਵਸੂਲੀ ਜਾਂਦੀ ਵਾਹਨ ਪਰਚੀ ਦਾ ਕੀਤਾ ਵਿਰੋਧ। ਫਲ ਸਬਜ਼ੀਆਂ ਦੀਆਂ ਰੇਹੜੀਆਂ ਤੇ ਦੁਕਾਨਾਂ ਰਹੀਆਂ ਬੰਦ। ਕੁਈਨ ਆਫ ਵਰਲਡ 2022 ਲਈ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ। ਸੁੰਦਰਤਾ ਮੁਕਾਬਲੇ ਦੇ ਵਿੱਚ ਮਹਿਲਾਵਾਂ ਨੇ ਆਪਣੇ ਹੁਨਰ ਨੂੰ ਕੀਤਾ ਜਗਜ਼ਾਹਰ। ਜੇਤੂਆਂ ਨੂੰ ਕੀਤਾ ਗਿਆ ਵਿਸ਼ੇਸ਼ ਤੌਰ ਤੇ ਸਨਮਾਨਿਤ। ਫਿਲਹਾਲ ਇਸ ਬੁਲਟਨ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fastfood.in ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ www.fastfood.in ਤੇ ਆਨਲਾਈਨ ਵੀ ਦੇਖ ਸਕਦੇ ਹੋ। ਮੈਨੂੰ ਤੋਂ ਇਜਾਜ਼ਤ, ਧੰਨਵਾਦ।